सर्ब कला समरथ डोलन ते राखो प्रभु, नानक दे कर हथ। जाही कुल ते प्रगट हो ताही कुल को नाम, पुन द्वादश गुरिंद को मेरी है प्रणाम। ओ जी मुख ते कहन न जाए जो सुख दर्शन दा, ओ मुख ते कहन न जाए जो सुख दर्शन दा। दर्शन दा मुख ते कहन न जाए जो सुख दर्शन दा। जो सुख दर्शन दा, जो सुख दर्शन दा, सुख दर्शन दा, जो सुख दर्शन दा। जो सुख दर्शन दा मेरे प्यारे, जो सुख दर्शन दा मेरे प्यारे। जो सुख दर्शन दा मेरे प्यारे, जो सुख दर्शन मुख ते कहन न जाए जो सुख दर्शन दा। कोई न किस ही संग का है गर्मी है, एक नाम आधार पौजल तरबिया। मैं गरीब सच टेक तू मेरे सतगुर पूरे, देख तुम्हारा दर्शनो ओ जी मेरा मन तीरे। ओ जी मुख ते कहन न जाए जो सुख दर्शन दा, मुख ते कहन न जाए जो सुख दर्शन दा। मुख ते कहन न जाए जो सुख दर्शन दा, मुख ते कहन न जाए जो सुख दर्शन दा। मुख ते कहन न जाए जो सुख दर्शन दा, मुख ते कहन न जाए जो सुख दर्शन दा।
परम सत्कारयोग सतगुरु जी की साजी नवाजी साध संगत जी, ਆਪਾਂ ਸਾਰੇ ਹੀ ਆਪੋ ਆਪਣੀ ਮਨਵਿਰਤੀ ਨੂੰ ਇਕਾਗਰ ਕਰਨ ਵਾਸਤੇ ਰਸਨਾ ਪਵਿੱਤਰ ਕਰਨ ਲਈ ਸਾਰੇ ਜਣੇ ਗੱਜ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ। ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਇੱਕ ਵਾਰੀ ਫੇਰ ਸਾਰੇ ਜਣੇ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ। ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ। ਸਾਧ ਸੰਗਤ ਜੀ ਇੱਕ ਵਾਰੀ ਫੇਰ ਸਾਰੇ ਜਣੇ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ। ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਾਧ ਸੰਗਤ ਜੀ ਆਪ ਵੀ ਧੰਨ ਹੋ ਜੋ ਕਈਆਂ ਦਿਨਾਂ ਤੋਂ ਇੱਥੇ ਆ ਕੇ ਅੰਮ੍ਰਿਤ ਰੂਪੀ ਸਰੋਵਰ ਦੇ ਵਿੱਚ ਚੁੱਭੀਆਂ ਮਾਰ ਰਹੇ ਹੋ, ਨਾਮ ਸਿਮਰਨ, ਗੁਰਬਾਣੀ ਕੀਰਤਨ, ਸਤਿਗੁਰੂ ਜੀ ਦਾ ਦਰਸ਼ਨ, ਉਸ ਦਾ ਸਾਰਾ ਲਾਹਾ ਲੈ ਰਹੇ ਹੋ। ਸਾਧ ਸੰਗਤ ਜੀ ਜੋ ਇਹ ਸਮਾਂ ਹੈ, ਕਈ ਜਗ੍ਹਾ ਹੁੰਦੀਆਂ ਹਨ ਜਿੱਥੇ ਜਾ ਕੇ ਥੋੜੇ ਜਿਹੇ ਪੈਸੇ ਦੇ ਕੇ ਉਸ ਜਗ੍ਹਾ ਦੇ ਵਿੱਚ ਦਾਖਲ ਹੋਇਆ ਜਾ ਸਕਦਾ, ਜਿਸ ਤਰ੍ਹਾਂ ਸਰਕਸ ਹੁੰਦੀ ਹੈ ਜਾਂ ਕੋਈ ਹੋਰ ਫਿਲਮ ਲੋਕੀ ਦੇਖਣ ਜਾਂਦੇ ਹਨ। ਪਰ ਸਾਧ ਸੰਗਤ ਜੀ ਇੱਕ ਆਹ ਜਗ੍ਹਾ ਐਸੀ ਹੈ ਸਤਿਗੁਰੂ ਜੀ ਦਾ ਘਰ ਜਿੱਥੇ ਬਿਨਾਂ ਭਾਗਾਂ ਤੋਂ ਨਹੀਂ ਆਇਆ ਜਾ ਸਕਦਾ, ਤੇ ਇਸ ਸਮੇਂ ਦਾ ਮੁੱਲ ਵੀ ਕੋਈ ਨਹੀਂ ਪਾ ਸਕਦਾ ਚਾਹੇ ਜਿੰਨੇ ਮਰਜ਼ੀ ਪੈਸੇ ਹੋਣ ਕੋਲ। ਸਤਿਗੁਰੂ ਜੀ ਦੇ ਦਰਸ਼ਨ ਦਾ, ਸਾਧ ਸੰਗਤ ਦੇ ਦਰਸ਼ਨ ਦਾ, ਇੱਕ ਇੱਕ ਛਿਨ ਦਾ ਕੋਈ ਮੁੱਲ ਨਹੀਂ ਪਾ ਸਕਦਾ। ਇਸ ਕਰਕੇ ਇਸ ਨੂੰ ਅਮੋਲ ਲਿਖਿਆ ਹੈ, ਜਿਸ ਦਾ ਮੁੱਲ ਨਾ ਪਾਇਆ ਜਾ ਸਕੇ। ਭਾਈ ਗੁਰਦਾਸ ਜੀ ਇੱਕ ਕਵਿਤ ਵਿੱਚ ਲਿਖਦੇ ਹਨ, ਕਹਿੰਦੇ ਹਨ ਕਿ ਚਿਰੰਕਾਲ ਮਾਨਸ ਜਨਮ ਨਿਰਮੋਲ ਪਾਇਓ, ਸਫਲ ਜਨਮ ਗੁਰ ਚਰਨ ਸਰਨ ਕੈ। ਜੋ ਇਹ ਜੋ ਪਹਿਲੀ ਗੱਲ ਹੈ, ਸਾਡਾ ਮਨੁੱਖਾ ਜਨਮ ਹੀ ਅਮੋਲ ਹੈ, ਜਿਸ ਦਾ ਮੁੱਲ ਕੋਈ ਨਹੀਂ ਪਾ ਸਕਦਾ। ਇਹ ਜੋ ਅਮੋਲਤਾ ਹੈ, ਪਰ ਸਾਧ ਸੰਗਤ ਜੀ ਇਹ ਅਸਫਲ ਵੀ ਹੋ ਸਕਦਾ ਹੈ। ਸਫਲ ਤਾਂ ਹੈ ਜੇ ਸਾਨੂੰ ਸਤਿਗੁਰੂ ਜੀ ਦੀ ਚਰਨ ਦੀ ਸ਼ਰਨ ਪ੍ਰਾਪਤ ਹੁੰਦੀ ਹੈ ਤਾਂ। ਸੋ ਕਿੰਨੇ ਭਾਗਾਂ ਵਾਲੇ ਹਾਂ ਕਿ ਇਹ ਸਮਾਂ ਸਾਨੂੰ ਪ੍ਰਾਪਤ ਹੋਇਆ। ਫਿਰ ਲਿਖਦੇ ਹਨ ਕਿ ਲੋਚਨ ਅਮੋਲ ਗੁਰਦਰਸ ਅਮੋਲ ਦੇਖੈ। ਇਹ ਜੋ ਅੱਖਾਂ ਹਨ ਇਹ ਵੀ ਅਮੋਲ ਹਨ। ਕਿਉਂ ਅਮੋਲ ਹਨ? ਕਿਉਂਕਿ ਜੋ ਸਤਿਗੁਰੂ ਜੀ ਦਾ ਦਰਸ਼ਨ ਹੈ, ਉਸ ਅਮੋਲ ਦਰਸ਼ਨ ਨੂੰ ਦੇਖਦੀਆਂ ਹਨ ਅੱਖਾਂ, ਤਾਂ ਅਮੋਲ ਹਨ। ਸਰਵਣ ਅਮੋਲ ਗੁਰ ਬਚਨ ਧਰਨ ਕੈ। ਇਸ ਤਰ੍ਹਾਂ ਅੱਗੇ ਲਿਖਦੇ ਹਨ ਕਿ ਨੱਕ ਵੀ ਅਮੋਲ ਹੈ, ਨਾਸਕਾ ਅਮੋਲ ਚਰਨਾਰ ਬਿੰਦ ਬਾਸਨਾ ਕੈ। ਹੱਥ ਤਾਂ ਅਮੋਲ ਹਨ ਕਿਉਂਕਿ ਉਹ ਹਸਤ ਅਮੋਲ ਗੁਰਦੇਵ ਕੈ ਸਫਲ, ਗੁਰਦੇਵ ਸੇਵ ਕੈ ਸਫਲ। ਪੈਰ ਤਾਂ ਅਮੋਲ ਹਨ ਕਿ ਚਰਨ ਅਮੋਲ ਪ੍ਰਦਖਣਾ ਕਰਨ ਕੈ। ਇਸ ਚੀਜ਼ ਦਾ ਭਾਵ ਮੇਰਾ ਕਹਿਣ ਤੋਂ ਇਹ ਕਿ ਕੋਈ ਮੁੱਲ ਨਹੀਂ ਪਾ ਸਕਦਾ, ਤੇ ਜੋ ਇਹ ਨਜ਼ਾਰਾ ਹੈ ਇਸ ਨੂੰ ਕੋਈ ਬਿਆਨ ਵੀ ਨਹੀਂ ਕਰ ਸਕਦਾ। ਜੋ ਸਤਿਗੁਰੂ ਜੀ ਦਾ ਦਰਸ਼ਨ, ਸਾਧ ਸੰਗਤ ਦਾ ਦਰਸ਼ਨ, ਇਹ ਜੋ ਸੇਵਾ ਰੂਪੀ ਕੁੰਭ ਹੈ, ਇਸ ਨੂੰ ਬਿਆਨ ਵੀ ਕੋਈ ਨਹੀਂ ਕਰ ਸਕਦਾ। ਤੁਲਸੀਦਾਸ ਜੀ ਪਾਸ ਜਾ ਕੇ ਕਿਸੇ ਨੇ ਅਰਜ਼ ਕੀਤੀ ਕਿ ਮਹਾਰਾਜ ਤੁਸੀਂ ਕਵੀ ਹੋ, ਤੇ ਕਵੀ ਬਹੁਤ ਕੁਝ ਬਿਆਨ ਕਰ ਜਾਇਆ ਕਰਦੇ ਹਨ। ਆਮ ਬੰਦੇ ਦੀ ਬੁੱਧੀ ਉੱਥੋਂ ਤੱਕ ਨਹੀਂ ਜਾਂਦੀ ਜਿੱਥੋਂ ਤੱਕ ਕਵੀ ਬਿਆਨ ਕਰ ਸਕਦੇ ਹਨ। ਤੁਲਸੀਦਾਸ ਜੀ ਨੂੰ ਆਖਿਆ ਕਿ ਤੁਸੀਂ ਕਵੀ ਹੋ, ਤੁਸੀਂ ਦੱਸੋ ਕੁਝ ਦਰਸ਼ਨਾਂ ਦਾ ਜਿਹੜਾ ਤੁਹਾਨੂੰ ਸਵਾਦ ਆਉਂਦਾ ਹੈ, ਥੋੜਾ ਜਿਹਾ ਬਿਆਨ ਕਰਕੇ ਸਾਨੂੰ ਦੱਸੋ। ਤੁਲਸੀਦਾਸ ਜੀ ਚੁੱਪ ਹੋ ਗਏ। ਥੋੜੀ ਦੇਰ ਬਾਅਦ ਬੋਲੇ, ਆਖਣ ਲੱਗੇ ਹੋਰ ਮੈਂ ਸਭ ਕੁਝ ਬਿਆਨ ਕਰ ਸਕਦਾ, ਪਰ ਸਤਿਗੁਰੂ ਦਾ ਦਰਸ਼ਨ ਮੈਂ ਬਿਆਨ ਨਹੀਂ ਕਰ ਸਕਦਾ।
ਪੁੱਛਣ ਵਾਲੇ ਨੇ ਪੁੱਛਿਆ ਕਿਉਂ? ਆਖਣ ਲੱਗੇ ਕਿ ਜਿਹੜੀ ਮੇਰੀ ਜੀਭ ਹੈ ਨਾ, ਜੀਭ ਨਾਲ ਬਿਆਨ ਕਰਨਾ ਹੈ, ਜੀਭ ਨੂੰ ਅੱਖਾਂ ਨਹੀਂ ਹਨ। ਜਿਹੜੀਆਂ ਅੱਖਾਂ ਨਾਲ ਮੈਂ ਦਰਸ਼ਨ ਦੇਖਦਾ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ, ਉਹਨਾਂ ਅੱਖਾਂ ਨੂੰ ਜੀਭ ਨਹੀਂ ਹੈ। ਜੋ ਕੁਝ ਮੈਂ ਦੇਖ ਰਿਹਾ ਉਸ ਨੂੰ ਮੈਂ ਸ਼ਬਦਾਂ ਦੇ ਵਿੱਚ ਤਬਦੀਲ ਨਹੀਂ ਕਰ ਸਕਦਾ। ਗਿਰਾ ਅਨੈਨ ਨੈਣ ਬਿਨ ਬਾਣੀ, ਮੇਰੀ ਜੀਭ ਹੈ ਉਹ ਬਿਨਾਂ ਨੈਣਾਂ ਤੋਂ ਹੈ। ਮੇਰੇ ਨੈਣ ਜਿਹੜੇ ਹਨ ਉਹ ਬਿਨਾਂ ਜੀਭ ਤੋਂ ਹਨ। ਮੈਂ ਕਿਸ ਤਰ੍ਹਾਂ ਬਿਆਨ ਕਰਾਂ? ਆਖਦੇ ਹਨ ਭਗਵਾਨ ਕ੍ਰਿਸ਼ਨ ਜੀ ਦੇ ਵੇਲੇ ਇੱਕ ਗੋਪੀ ਹੋਈ ਹੈ ਚੰਦਰਾਵਲ। ਉਸ ਨੇ ਚੰਦਰਾਵਲ ਨੇ ਆਪਣੀਆਂ ਸਖੀਆਂ ਨੂੰ ਮਖੌਲ ਕਰਨਾ ਕਿ ਤੁਹਾਨੂੰ ਕ੍ਰਿਸ਼ਨ ਦੇ ਵਿੱਚੋਂ ਕੀ ਦੀਦਾ? ਉਹ ਆਖਣ ਲੱਗੀਆਂ ਜੋ ਸਾਨੂੰ ਦੀਦਾ ਹੈ ਉਹ ਅਸੀਂ ਦੱਸ ਨਹੀਂ ਸਕਦੀਆਂ। ਆਖਣ ਲੱਗੀਆਂ, ਚੰਦਰਾਵਲ ਆਖਣ ਲੱਗੀ ਐਵੇਂ ਤੁਸੀਂ ਪਖੰਡ ਕਰਦੀਆਂ ਹੋ, ਕਾਲਾ ਜਿਹਾ ਹੈਗਾ, ਤੁਹਾਨੂੰ ਪਤਾ ਨਹੀਂ ਉਹਦੇ ਵਿੱਚੋਂ ਕੀ ਨਜ਼ਰ ਆ ਰਿਹਾ। ਭਗਵਾਨ ਕ੍ਰਿਸ਼ਨ ਨੂੰ ਗੋਪੀਆਂ ਨੇ ਅਰਜ਼ ਕਰ ਦਿੱਤੀ ਕਿ ਮਹਾਰਾਜ ਆ ਇੱਕ ਹੈ ਗੋਪੀ ਜਿਹੜੀ ਕਹਿੰਦੀ ਆ ਕਿ ਅਸੀਂ ਪਖੰਡ ਕਰਦੀਆਂ, ਅਸੀਂ ਇਸ ਨੂੰ ਬਿਆਨ ਨਹੀਂ ਕਰ ਸਕਦੇ ਜੋ ਸਾਨੂੰ ਦਰਸ਼ਨ ਵਿੱਚੋਂ ਮਿਲਦਾ। ਆਪ ਜੀ ਕਿਰਪਾ ਕਰੋ ਕਿਤੇ ਇਹਨੂੰ ਵੀ ਨਜ਼ਾਰਾ ਦਿਖਾ ਲਓ। ਇੱਕ ਦਿਨ ਮਾਇਆ ਵਰਤਾਈ ਭਗਵਾਨ ਨੇ, ਹਨੇਰਾ ਕਰ ਦਿੱਤਾ, ਸਿਰਫ ਭਗਵਾਨ ਕ੍ਰਿਸ਼ਨ ਜੀ ਦੇ ਘਰ ਦੇ ਵਿੱਚ ਚਾਨਣ। ਚੰਦਰਾਵਲ ਦੀ ਮਾਤਾ ਨੇ ਆਖਿਆ ਕਿ ਉਹਨਾਂ ਦੇ ਘਰੋਂ ਜਾ ਕੇ ਦੀਵਾ ਬਾਲ ਕੇ ਆ। ਦੀਵਾ ਬਾਲਣ ਵਾਸਤੇ ਗਈ ਤੇ ਭਗਵਾਨ ਕ੍ਰਿਸ਼ਨ ਜੀ ਬਾਹਰੋਂ ਆਏ। ਦਰਸ਼ਨ ਜਿਸ ਵੇਲੇ ਕੀਤਾ ਭਗਵਾਨ ਕ੍ਰਿਸ਼ਨ ਜੀ ਦਾ, ਤੇ ਚੰਦਰਾਵਲ ਦੀ ਟਿਕਟਿਕੀ ਲੱਗ ਗਈ ਭਗਵਾਨ ਕ੍ਰਿਸ਼ਨ ਦੇ ਚਿਹਰੇ ਵੱਲ। ਜੇ ਬੱਟੀ ਜਿਹੜੀ ਵੱਟ ਕੇ ਤੇਲ ਦੇ ਨਾਲ ਲਵੇੜ ਕੇ ਅੱਗ ਲਾਉਣੀ ਸੀ ਜਿਸ ਬੱਟੀ ਨੂੰ, ਉਹ ਰੂੰ ਦੀ ਬੱਟੀ ਦੀ ਜਗ੍ਹਾ ਤੇ ਆਪਣੀ ਉਂਗਲੀ ਤੇਲ ਦੇ ਨਾਲ ਲਵੇੜ ਕੇ ਤੇ ਲਾਟ ਦੇ ਉੱਤੇ ਕਰ ਦਿੱਤੀ। ਲਾਟ ਦੇ ਉੱਤੇ ਉਂਗਲੀ ਕੀਤੀ, ਭਗਵਾਨ ਕ੍ਰਿਸ਼ਨ ਦੇ ਚਿਹਰੇ ਵੱਲ ਵੇਖ ਰਹੀ ਹੈ। ਉਂਗਲੀ ਨੂੰ ਅੱਗ ਲੱਗੀ ਹੋਈ ਹੈ, ਉਸ ਨੂੰ ਕੋਈ ਪਤਾ ਨਹੀਂ ਕਿ ਕੀ ਹੋ ਰਿਹਾ। ਗੋਪੀਆਂ ਨੇ ਪੁੱਛਿਆ ਚੰਦਰਾਵਲ ਸੁਣਾ, ਉਹ ਕਿਹੜੀ ਚੀਜ਼ ਹੈ ਜਿਹੜੀ ਨਾਲ ਤੇਰੇ ਮਨ ਦੀ ਹਾਲਤ ਇਹ ਹੋਈ ਹੈ, ਕੀ ਤੂੰ ਬਿਆਨ ਕਰ ਸਕਦੀ ਹੈ? ਤੇ ਉਹ ਆਖਣ ਲੱਗੀ ਮੁਖ ਤੇ ਕਹਿਣ ਨਾ ਜਾਏ ਜੋ ਸੁਖ ਦਰਸ਼ਨ ਦਾ। ਉਹਦੀ ਮੁਖ ਤੇ ਕਹਿਣ ਨਾ ਜਾਏ ਜੋ ਸੁਖ ਦਰਸ਼ਨ ਦਾ। ਦਰਸ਼ਨ ਦਾ ਮੁਖ ਤੇ ਕਹਿਣ ਨਾ ਜਾਏ ਜੋ ਸੁਖ ਦਰਸ਼ਨ ਦਾ। ਜੋ ਸੁਖ ਦਰਸ਼ਨ ਦਾ, ਜੋ ਸੁਖ ਦਰਸ਼ਨ ਦਾ, ਜੋ ਸੁਖ ਦਰਸ਼ਨ ਦਾ, ਜੋ ਸੁਖ ਦਰਸ਼ਨ ਦਾ ਮੇਰੇ ਪਿਆਰੇ, ਜੋ ਸੁਖ ਦਰਸ਼ਨ ਦਾ ਮੇਰੇ ਪਿਆਰੇ, ਦਰਸ਼ਨ ਦਾ ਮੇਰੇ ਪਿਆਰੇ, ਜੋ ਸੁਖ ਦਰਸ਼ਨ ਦਾ ਮੇਰੇ ਪਿਆਰੇ, ਜੋ ਸੁਖ ਦਰਸ਼ਨ ਦਾ ਮੇਰੇ ਪਿਆਰੇ, ਜੋ ਸੁਖ ਦਰਸ਼ਨ ਦਾ ਮੇਰੇ ਪਿਆਰੇ, ਦਰਸ਼ਨ ਦਾ ਮੇਰੇ ਪਿਆਰੇ, ਜੋ ਸੁਖ ਦਰਸ਼ਨ ਦਾ ਮੇਰੇ ਪਿਆਰੇ। ਮੁਖ ਤੇ ਕਹਿਣ ਨਾ ਜਾਏ ਜੋ ਸੁਖ
साध संगत जी, मैं आप जी ਨੂੰ ਇੱਕ अर्ज करनी है श्री सतगुरु प्रताप सिंह सच्चे पातशाह जी के प्रकाश दिवस के संबंध में, जिन्हों के जो ये त्रिवेणी पुरब आप मना रहे हैं, श्री सतगुरु बालक सिंह जी का प्रकाश उत्सव, होला महला श्री सतगुरु प्रताप सिंह सच्चे पातशाह जी का प्रकाश उत्सव, चेतरवदी तीज 1946 विक्रमी ਨੂੰ श्री सतगुरु प्रताप सिंह सच्चे पातशाह जी ने अवतार धारिया माता जीवन कौर जी के कुखों श्री सतगुरु हरि सिंह जी के गृह विखे। आखते हैं कि जिस वेले अवतार धारिया तो श्री सतगुरु हरि सिंह सच्चे पातशाह जी ने बेअंत बख्शिशां कीतियां, कई बोले कीते कि बड़े प्रताप वाला आया है। इहने साध संगत नूं बड़े सुख देने हैं, इसका प्रताप सारी दुनिया में फैलेगा। इत आदि बड़े सतगुरु हरि सिंह सच्चे पातशाह जी ने वर दिते। श्री माता जीवन कौर जी ते माता फतेह कौर जी ने 100 मण गुड़ खुशी दे विच उस वेले साध संगत नूं आउंदे जांदे राहियां नूं वंडिया। साध संगत जी, निहंग सिंह किरपाल सिंह जी, दो निहंग सिंह चमकौर साहब तो बुढ़ा दल दे, उन्होंने दर्शन होया श्री गुरु गोबिंद सिंह सच्चे पातशाह जी का। उन्होंने आख्या, गुरु गोबिंद सिंह सच्चे पातशाह जी ने दर्शन दे के सुखोपती अवस्था दे विच ना सुते सन ना जागदे सन। उन्होंने हुक्म होया कि मैं श्री भैणी साहब विखे प्रगट होया हाँ, जे तुसी मेरे दर्शन करने हैं तो उत्थे आके दर्शन कर लो। वो दोनों निहंग सिंह श्री भैणी साहब विखे आए। जो सिख शंका करके आया सी कि मैं तां मनांगा जे ऐतवार की रात नूं ढली राते प्रकाश होया होएगा, तो उस दी तां तसल्ली हो गई। जिस निहंग सिंह ने जिस नूं सुखोपत अवस्था दे विच गुरु गोबिंद सिंह ने दर्शन दिता सी, वो आखण लगा मैं तां मनांगा जिस तरह का दर्शन मैनूं सुपने विच होया उस तरह का दर्शन होएगा, मैं तां मनांगा। माता जीवन कौर जी दे कोल सिख एक भेजिया ते माता जीवन कौर जी आखण के साहिबजादा अजे उम्र में छोटा है, समा बड़ा भयानक है, अंग्रेजों का राज सी, पता पता वैरी है, पे इतने छोटे साहिबजादे नूं आ निहंग सिंघां नूं दर्शन कराउणा ठीक नहीं। ते निहंग सिंह उन्हां नूं आखण लगे कि असीं होर कोई काम नहीं आए, असीं दर्शन करन आए हाँ। अखीर नूं सतगुरु हरि सिंह सच्चे पातशाह जी दे ज्यादा जोर पाउण ते माता जीवन कौर जी उन्हां दे मन ते मेहर पई ते श्री सतगुरु प्रताप सिंह जी नूं 3 दिनां दे सन उस वेले झोली विच लैके सरदल तो बाहर जो मंदिर सन उन्हां दी सरदल तो बाहर लिया के माता जीवन कौर जी ने निहंग सिंघां नूं दर्शन कराया। ते जिस वेले दर्शन किया निहंग सिंघां ने लोटपोट हो गए ते मूंह दे विचों जो तुक पड़ी उन्होंने गुरबाणी दी, वो आपां भी पढ़ीए। ओ जी गुरु मुख देख करू सुख पायो, जी गुरु मुख देख करू सुख पायो। पायो गुरु मुख देख करू सुख पायो।
ਸਾਧ ਸੰਗਤ ਜੀ, ਜੋ ਇੰਗਲੈਂਡ ਤੋਂ ਸਾਧ ਸੰਗਤ ਆਈ ਹੈ ਚੱਲ ਕੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਤੇ ਸਤਿਗੁਰੂ ਜੀ ਦੇ ਚਰਨਾਂ ਦੀ ਧੂੜੀ ਜੋ ਪ੍ਰਾਪਤ ਕਰਨ ਵਾਸਤੇ ਏਡੇ ਦੂਰੋਂ ਚੱਲ ਕੇ ਆਏ ਹਾਂ। ਸਾਡਾ ਇੱਕ ਇੱਕ ਸੈਕਿੰਡ ਸਫਲਾ ਹੈ। ਉੱਥੋਂ ਲੱਗ ਕੇ ਚੱਲ ਕੇ ਜੋ ਸਾਨੂੰ ਸਤਿਗੁਰੂ ਜੀ ਦੇ ਦਰਸ਼ਨ ਹੋਏ ਹਨ, ਆਪ ਜੀ ਦੇ ਦਰਸ਼ਨ ਹੋਏ ਹਨ। ਸਾਨੂੰ ਕੱਲ ਸਤਿਗੁਰੂ ਜੀ ਦੇ ਉੱਥੇ ਕੋਠੀ ਦੇ ਵਿੱਚ ਪਰਸੋਂ ਦਰਸ਼ਨ ਕਰਨ ਦਾ ਸਮਾਂ ਪ੍ਰਾਪਤ ਹੋਇਆ। ਸ੍ਰੀ ਸਤਿਗੁਰੂ ਜੀ ਘਾਹ ਦੇ ਉੱਤੇ ਦਰਸ਼ਨ ਦੇ ਰਹੇ ਸਨ ਤੇ ਸਾਧ ਸੰਗਤ ਜੀ ਮੋਰਾਂ ਨੇ ਪਹਿਲਾਂ ਪਾਉਣੀਆਂ ਸ਼ੁਰੂ ਕੀਤੀਆਂ, ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਕੱਢਣੀਆਂ ਸ਼ੁਰੂ ਕੀਤੀਆਂ ਤੇ ਮਨ ਦੇ ਵਿੱਚ ਵਿਚਾਰ ਆਇਆ ਤੇ ਸੱਚੇ ਪਾਤਸ਼ਾਹ ਜੀ ਬਾਰ-ਬਾਰ ਦੇਖਦੇ ਹਨ, ਨਾਲੇ ਆਖਦੇ ਹਨ ਕਿ ਦੇਖੋ ਮੋਰ ਨੇ ਕਿੰਨਾ ਚਿਰ ਹੋ ਗਿਆ ਪਹਿਲ ਪਾਈ ਹੋਈ ਹੈ। ਫੇਰ ਥੋੜੀ ਦੇਰ ਆਖਣ ਕਿ ਦੇਖੋ ਮੋਰ ਨੂੰ ਕਿੰਨਾ ਚਿਰ ਹੋ ਗਿਆ ਪਹਿਲ ਪਾਈ ਹੋਈ ਆ। ਇਸ ਤਰ੍ਹਾਂ ਕਰਦਿਆਂ ਨੂੰ ਸਾਧ ਸੰਗਤ ਜੀ ਸਵਾ ਘੰਟਾ ਹੋ ਗਿਆ, ਮੋਰ ਦੀ ਪਹਿਲ ਨਹੀਂ ਖਤਮ ਹੋਈ ਤੇ ਮੇਰੇ ਮਨ ਦੇ ਵਿੱਚ ਆਇਆ ਕਿ ਹੋਰ ਤਾਂ ਕੋਈ ਕਾਰਨ ਨਹੀਂ ਮੋਰ ਦੀ ਪਹਿਲ ਪਾਉਣ ਦਾ। ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਪ੍ਰਤੱਖ ਦਰਸ਼ਨ ਹੋ ਰਹੇ ਹੋਣ ਤੇ ਸਾਧ ਸੰਗਤ ਦੀ ਸਾਰੀ ਕਾਇਨਾਤ ਖਿੜ ਜਾਂਦੀ ਹੈ। ਪਸ਼ੂ ਪੰਛੀ ਸਾਰੇ ਹੀ ਖਿੜ ਜਾਂਦੇ ਹਨ, ਫੁੱਲ ਦਰਖਤ ਸਾਰੇ ਖਿੜ ਜਾਂਦੇ ਹਨ। ਸੋ ਮੇਰੇ ਮਨ ਦੇ ਵਿੱਚ ਇੱਕ ਦੋ ਲਾਈਨਾਂ ਆਈਆਂ, ਉਹ ਮੈਂ ਆਪ ਜੀ ਨਾਲ ਸਾਂਝੀਆਂ ਕਰਕੇ ਤੇ ਅਸੀਂ ਖਿਮਾ ਮੰਗਾਂਗੇ। ਮਾਲਕ ਮੌਜ ਦੇ ਮੌਜ ਵਿੱਚ ਜਦੋਂ ਆ ਕੇ ਬਾਹਰ ਬੈਠਦੇ ਦਰਸ ਦਿਖਾਉਂਦੇ ਨੇ, ਪੰਛੀ ਵਿੱਚ ਆਕਾਸ਼ ਜੋ ਫਿਰਨ ਉੜਦੇ ਦਰਸ਼ਨ ਦੇਖ ਕੇ ਮਸਤ ਹੋ ਜਾਵਦੇ ਨੇ। ਅਸਾਂ ਵੇਖਿਆ ਮੋਰ ਵੀ ਖੁਸ਼ੀ ਹੁੰਦੇ, ਅਸਾਂ ਵੇਖਿਆ ਮੋਰ ਵੀ ਖੁਸ਼ੀ ਹੁੰਦੇ, ਖੁਸ਼ੀ ਹੋ ਕੇ ਚਾਂਗਰਾ ਪਾਵਦੇ ਨੇ। ਪਹਿਲਾਂ ਪਾਉਣ ਤੋਂ ਹਟਣ ਨਾ ਕਈ ਘੰਟੇ, ਦੇਖ ਪਾਤਸ਼ਾਹ ਉਹਨੂੰ ਮੁਸਕਰਾਉਂਦੇ ਨੇ। ਹਿਰਦੇ ਵਿੱਚ ਸਾਡੇ ਹਿਰਦੇ 'ਚ ਤੁਸਾਂ ਦਾ ਵਾਸ ਹੋਵੇ, ਸਾਡੇ ਹਿਰਦੇ 'ਚ ਤੁਸਾਂ ਦਾ ਵਾਸ ਹੋਵੇ। ਅਰਜ਼ ਮੰਨ ਲਓ ਅਸਾਂ ਤੇ ਤਰਸ ਕਰਕੇ, ਇਹ ਜੋ ਸਾਰੀ ਕਾਇਨਾਤ ਹੀ ਖਿੜੀ ਹੋਈ ਏ, ਇਹ ਖਿੜੀ ਹੈ ਤੁਸਾਂ ਦਾ ਦਰਸ ਕਰਕੇ। ਸਾਧ ਸੰਗਤ ਜੀ ਇਹਨਾਂ ਸ਼ਬਦਾਂ ਨਾਲ ਖਿਮਾ ਮੰਗਦੇ ਹਾਂ।